ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਿੱਖ ਰਾਜ ਦੇ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਦਾ ਜਨਮ ਦਿਨ ਹੈ। ਮਹਾਰਾਜਾ ਦਲੀਪ ਸਿੰਘ ਦਾ ਨਾਮ ਜ਼ਿਹਨ ਵਿੱਚ ਆਉਂਦੇ ਹੀ ਗਵਾਚੇ ਹੋਏ ਸਿੱਖ ਰਾਜ ਦੀ ਪੀੜ, ਸਰਕਾਰੀ ਜ਼ਬਰ ਦੀ ਇੰਤਹਾ ਅਤੇ ਇੱਕ ਪਿੰਜਰੇ ਵਿੱਚ ਬੰਦ ਹੋਏ ਸ਼ੇਰ ਦੀ ਆਜ਼ਾਦੀ ਲਈ ਕੀਤੀ ਗਈਆਂ ਕੋਸ਼ਿਸ਼ਾਂ ਦਾ ਸਮੁੱਚਾ ਦ੍ਰਿਸ਼ ਸਾਡੇ ਸਾਹਮਣੇ ਆ ਜਾਂਦਾ। ਜਦੋਂ ਉਸ ਦੀ ਸਮਝ ਅਤੇ ਸੋਝੀ ਨੂੰ ਆਪਣੇ ਵਿਰਸੇ ਦੀ ਜਾਗ ਲੱਗਦੀ ਹੈ ਤਾਂ ਸਰਕਾਰੀ ਜ਼ਬਰ ਦੇ ਨਾਲ ਦਬਾਈ ਹੋਈ ਆਵਾਜ਼ ਨੂੰ ਆਜ਼ਾਦੀ ਦੇ ਵਿੱਚ ਅਤੇ ਗੁਰੂ ਸਾਹਿਬਾਨਾਂ ਨਾਲ ਉਸ ਦਾ ਰਿਸ਼ਤਾ ਚੇਤੇ ਆਉਂਦਾ ਹੈ। ਆਪਣੇ ਸਿੱਖ ਇਤਿਹਾਸ ਨੂੰ ਜੁੜੀਆਂ ਹੋਈਆਂ ਪੰਜਾਬ ਦੇ ਨਾਲ ਮੋਹ ਦੀਆਂ ਤੱਦਾਂ ਨੂੰ ਮੁੜ ਤੋਂ ਜੀਵਤ ਹੋ ਜਾਂਦੀਆਂ ਨੇ। ਸਤੰਬਰ 4, 1838 ਨੂੰ ਜਨਮੇ ਦਲੀਪ ਸਿੰਘ ਨੂੰ ਆਪਣੇ ਬਚਪਨ ਦੇ ਕੁਝ ਸਾਲਾਂ ਦੇ ਵਿੱਚ ਹੀ ਸੁੱਖ ਦੇ ਬਤੀਤ ਹੋਏ, ਪਰ ਬਾਅਦ ਦੇ ਵਿੱਚ ਇੱਕ ਸੰਘਰਸ਼ ਦੀ ਲੰਮੀ ਕਹਾਣੀ ਹੈ। ਸਿੱਖ ਕੌਮ ਦੇ ਬੇਤਾਜ ਮਹਾਰਾਜੇ ਰਣਜੀਤ ਸਿੰਘ ਦੀ ਆਖਰੀ ਔਲਾਦ ਨੂੰ ਆਪਣੇ ਜੀਵਨ ਵਿੱਚ ਜਿਨ੍ਹਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਉਹ ਸ਼ਾਇਦ ਇਤਿਹਾਸ ਦੇ ਕਿਸੇ ਹੋਰ ਮਹਾਰਾਜੇ ਨੂੰ ਨਾ ਕਰਨਾ ਪਿਆ ਹੋਵੇ। ਜਦੋਜਹਿਦ ਤੇ ਜੰਗ ਦੇ ਦੌਰਾਨ ਲਹਿਣਾ ਸਿੰਘ ਨੇ ਮਹਾਰਾਣੀ ਜਿੰਦ ਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਕੇ 16 ਸਤੰਬਰ 1843 ਨੂੰ ਤਖਤ ਤੇ ਬਿਠਾ ਦਿੱਤਾ। ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ 5 ਸਾਲ 11 ਦਿਨ ਦੀ ਸੀ। ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖੂਨ 'ਚੋਂ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਲਾ ਕੇ ਰਾਜਾ ਹੋਣ ਦੀ ਰਸਮ ਨਿਭਾਈ। ਮਹਾਰਾਣੀ ਜਿੰਦ ਕੌਰ ਨੂੰ ਰਾਜੇ ਦੀ ਸਰਪ੍ਰਸਤ ਲਗਾ ਦਿੱਤਾ ਗਿਆ। ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ। ਹੀਰਾ ਸਿੰਘ ਨੇ ਆਪਣੇ ਪਿਤਾ ਧਿਆਨ ਸਿੰਘ ਡੋਗਰੇ ਦਾ ਬਦਲਾ ਲੈਣ ਲਈ ਲਹਿਣਾ ਸਿੰਘ ਤੇ ਉਸਦੇ ਭਤੀਜੇ ਅਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਫਿਰ ਹੀਰਾ ਸਿੰਘ ਨੇ ਲਹਿਣਾ ਸਿੰਘ ਦੇ ਖੂਨ 'ਚ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਲਗਾ ਕੇ ਰਾਜਾ ਹੋਣ ਦੀ ਰਸਮ ਨਿਭਾਈ ਤੇ ਆਪ ਵਜ਼ੀਰ ਬਣ ਗਿਆ। ਮਹਾਰਾਣੀ ਜਿੰਦ ਕੌਰ ਨੂੰ ਭਾਵੇਂ ਦਲੀਪ ਸਿੰਘ ਦੀ ਸਰਪ੍ਰਸਤ ਲਗਾਇਆ ਗਿਆ ਸੀ, ਪਰ ਮਹਾਰਾਣੀ ਆਪਣੇ ਪੁੱਤਰ ਦੇ ਮੱਥੇ ਉੱਤੇ ਖੂਨ ਦੇ ਵਾਰ-ਵਾਰ ਲੱਗ ਰਹੇ ਟਿੱਕਿਆਂ ਤੋਂ ਚਿੰਤਤ ਸੀ। ਬੇਸ਼ੱਕ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਦਾ ਤਖਤ ਸੰਭਾਲ ਦਿੱਤਾ ਗਿਆ, ਪਰ ਅੰਗਰੇਜ਼ਾਂ ਦੀਆਂ ਰਾਜਸੀ ਇੱਛਾਵਾਂ ਇਸ ਤੋਂ ਵੱਧ ਸੀ। ਉਹ ਸਿੱਖ ਰਾਜ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਰਾਜ ਉਹਨਾਂ ਦਾ ਅੜਿੱਕਾ ਨਾ ਬਣ ਸਕੇ। ਬੇਸ਼ੱਕ ਗੋਰਿਆਂ ਨੇ ਕਪਟੀ ਚਾਲਾਂ ਚੱਲ ਕੇ ਸਿੱਖਾਂ ਨੂੰ ਬਹੁਤ ਸੰਘਰਸ਼ ਕਰਨ ਤੋਂ ਬਾਅਦ ਜਿੱਤ ਲਿਆ, ਪਰ ਇਹਨਾਂ ਦੋ ਜੰਗਾਂ ਦੇ ਵਿੱਚ ਅੰਗਰੇਜ਼ਾਂ ਦਾ ਜਿੰਨਾ ਨੁਕਸਾਨ ਹੋਇਆ ਉਹ ਸ਼ਾਇਦ ਨਾ ਭੁੱਲਣਯੋਗ ਸੀ। 12 ਦਸੰਬਰ 1846 ਨੂੰ ਮਹਾਰਾਣੀ ਜਿੰਦਾ ਦੀ ਸਰਕਾਰੀ ਕੰਮਾਂ-ਕਾਰਾਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰ ਦਿੱਤੀ ਗਈ। ਮਹਾਰਾਣੀ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਸ ਨੂੰ 19 ਅਗਸਤ 1847 ਨੂੰ ਸ਼ੇਖੂਪੁਰਾ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਉਹ 16 ਮਈ 1848 ਨੂੰ ਕੈਦੀ ਦੇ ਤੌਰ ਤੇ ਪੰਜਾਬ ਤੋਂ ਬਨਾਰਸ ਭੇਜ ਦਿੱਤੀ ਗਈ। ਫਿਰ 4 ਅਪ੍ਰੈਲ 1859 ਨੂੰ ਚਿਨਾਰ ਕਿਲੇ ਉੱਤਰ ਪ੍ਰਦੇਸ਼ ਵਿੱਚ ਭੇਜ ਦਿੱਤਾ ਗਿਆ। ਦੂਜਾ ਐਂਗਲੋ ਸਿੱਖ ਯੁੱਧ 1848 ਤੋਂ 49 ਵਿੱਚ ਹੋਇਆ। 10 ਮਾਰਚ 1849 ਨੂੰ ਸਿੱਖਾਂ ਨੇ ਹਥਿਆਰ ਸੁੱਟ ਦਿੱਤੇ। ਅੰਗਰੇਜ਼ਾਂ ਨੇ ਪੰਜਾਬ ਤੇ ਪੂਰਾ ਕਬਜ਼ਾ ਕਰ ਲਿਆ। 12 ਸਾਲਾਂ ਦੇ ਦਲੀਪ ਸਿੰਘ ਤੋਂ ਸੰਧੀ ਤੇ ਦਸਤਕ ਕਰਵਾ ਕੇ ਉਸ ਨੂੰ ਰਾਜਗੱਦੀ ਤੋਂ ਹਟਾ ਦਿੱਤਾ ਗਿਆ। ਲਾਲ ਡਲਹੌਜੀ, ਜਿਸਨੇ ਗਵਰਨਰ ਜਨਰਲ ਬਣ ਕੇ 8 ਸਾਲ ਰਾਜ ਕੀਤਾ, ਉਸਨੇ ਮਹਾਰਾਜਾ ਦਲੀਪ ਸਿੰਘ ਤੋਂ ਕੋਹੀਨੂਰ ਹੀਰਾ, ਗਹਿਣੇ ਅਤੇ ਤੋਸ਼ੇਖਾਨੇ ਦਾ ਹੋਰ ਕੀਮਤੀ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਮਹਾਰਾਣੀ ਜਿੰਦਾ ਨੇ ਭਾਵੇਂ ਭੱਜਣ ਤੋਂ ਬਾਅਦ ਸੰਭਾਵਿਤ ਤੌਰ ਉੱਤੇ ਨੇਪਾਲ ਵਿੱਚ ਸ਼ਰਨ ਲੈ ਲਈ ਸੀ, ਜੋ ਉਸ ਸਮੇਂ ਬ੍ਰਿਟਿਸ਼ ਰਾਜ ਦੇ ਅਧੀਨ ਨਹੀਂ ਸੀ। ਹਾਲਾਂਕਿ ਉਹ ਆਪਣੇ 9 ਸਾਲਾਂ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਨਾਲ ਨਹੀਂ ਲਿਜਾ ਸਕੀ, ਜਿਹੜਾ ਅੰਗਰੇਜ਼ਾਂ ਦੇ ਹੱਥ ਆ ਗਿਆ ਸੀ। 9 ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਰਾਣੀ ਵਿਕਟੋਰੀਆ ਦੇ ਕੋਲ ਭੇਜ ਦਿੱਤਾ ਗਿਆ ਸੀ, ਜਿੱਥੇ ਉਹ ਈਸਾਈ ਹੋ ਗਿਆ ਅਤੇ ਬਲੈਕ ਪ੍ਰਿੰਸ ਦੇ ਨਾਮ ਨਾਲ ਮਸ਼ਹੂਰ ਹੋਇਆ। ਕੋਹੀਨੂਰ ਹੀਰੇ ਦੇ ਵਾਂਗ ਮਹਾਰਾਜਾ ਦਲੀਪ ਸਿੰਘ ਨੂੰ ਬ੍ਰਿਟਿਸ਼ ਰਾਜ ਇੱਕ ਲੁੱਟ ਦੀ ਨਿਸ਼ਾਨੀ ਸਮਝਦੀ ਸੀ। ਮਹਾਰਾਜਾ ਦਲੀਪ ਸਿੰਘ ਰਾਜਸੀ ਬੰਦਕ ਅਤੇ ਸਰਕਾਰੀ ਕੈਦੀ ਸੀ। ਮਹਾਰਾਜਾ ਦਲੀਪ ਸਿੰਘ ਨੂੰ ਈਸਾਈਅਤ ਗ੍ਰਹਿਣ ਕਰਨ ਅਤੇ ਇੰਗਲੈਂਡ ਦੇ ਕੁਦਰਤੀ ਨਜ਼ਾਰਿਆਂ ਨਾਲ ਪਿਆਰ ਜਤਾਉਣ ਲਈ ਤਬਦੀਲ ਕਰ ਲਿਆ। ਮਾਸੂਮ ਰਾਜੇ ਕੋਲ ਹੋਰ ਕੋਈ ਰਾਹ ਨਹੀਂ ਸੀ। ਉਹ ਫਿਰ ਅੰਗਰੇਜ਼ਾਂ ਦੀ ਇੱਛਾ ਅਨੁਸਾਰ ਜੀਵਨ ਜਿਉਣ ਲਈ ਮਜਬੂਰ ਹੋ ਗਿਆ। ਉਸ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਵਾਪਸ ਨਾ ਜਾਣ ਦਿੱਤਾ ਗਿਆ, ਕਿਉਂਕਿ ਅੰਗਰੇਜ਼ ਹਕੂਮਤ ਇਹ ਮਹਿਸੂਸ ਕਰਦੀ ਸੀ ਕਿ ਲਾਹੌਰ ਦਰਬਾਰ ਨਾਲ ਸਿੱਖਾਂ ਦਾ ਰਿਸ਼ਤਾ ਬੜਾ ਗਹਿਰਾ ਹੈ ਤੇ ਉਹ ਮੁੜ ਕਿਸੇ ਰਾਜ ਕਰਨ ਵਾਲੇ ਲਹੂ ਨੂੰ ਉਸ ਦੇ ਇਤਿਹਾਸ ਤੋਂ ਜਾਣੂ ਨਹੀਂ ਸੀ ਹੋਣ ਦੇਣਾ ਚਾਹੁੰਦੇ।
ਬੇਸ਼ੱਕ ਮਹਾਰਾਜਾ ਦਲੀਪ ਸਿੰਘ ਕਿੰਨਾ ਵੀ ਅੰਗਰੇਜ਼ ਅਤੇ ਈਸਾਈ ਕਿਉਂ ਨਾ ਬਣ ਗਿਆ, ਪਰ ਉਸਦੇ ਦਿਲ ਵਿੱਚ ਆਪਣੇ ਖੁੱਸੇ ਹੋਏ ਸਿੱਖ ਰਾਜ ਦੀ ਰੀਝ ਮੱਠੀ ਨਹੀਂ ਸੀ ਹੋਈ। ਇਤਿਹਾਸ ਨੇ ਉਸ ਨੂੰ ਜਿਸ ਕਿਸਮ ਦੀ ਜ਼ਿੰਦਗੀ ਸਾਹਮਣੇ ਲਿਆ ਕੇ ਖੜਾ ਕੀਤਾ ਸੀ, ਉਸ ਵਿੱਚ ਰਹਿੰਦਿਆਂ ਮਹਾਰਾਜੇ ਨੇ ਜੋ ਕੁਝ ਹੋ ਸਕਦਾ ਸੀ ਉਹ ਕੀਤਾ। ਇਸ ਦੇ ਨਾਲ ਹੀ ਉਸ ਤੋਂ ਵੱਲੋਂ ਆਪਣੀ ਮਾਤਾ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ। ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਮਹਾਰਾਣੀ ਜਿੰਦਾ ਅਤੇ ਦਲੀਪ ਸਿੰਘ ਵੱਲੋਂ ਲਿਖੀਆਂ ਗਈਆਂ 2 ਚਿੱਠੀਆਂ ਹਨ, ਜਿਨ੍ਹਾਂ ਵਿੱਚ ਉਹਨਾਂ ਨੇ ਆਪਣੇ ਦਿਲ ਦੀ ਗੱਲ ਆਖੀ ਗਈ ਹੈ। ਪਹਿਲੀ ਚਿੱਠੀ ਵਿੱਚ ਦਲੀਪ ਸਿੰਘ ਜੋ ਵੱਲੋਂ ਲਿਖੀ ਗਈ ਸੀ, ਉਸ ਵਿੱਚ ਉਸਨੇ ਆਪਣੀ ਮਾਤਾ ਜਿੰਦ ਕੌਰ ਨੂੰ ਬੀਬੀ ਜੀ ਕਹਿ ਕੇ ਸੰਬੋਧਿਤ ਕੀਤਾ। ਹਾਲਾਂਕਿ ਇਹਨਾਂ ਚਿੱਠੀਆਂ ਤੇ ਵੀ ਕਾਫੀ ਕਿੰਤੂ ਕੀਤੇ ਜਾਂਦੇ ਨੇ ਕਿ ਇਹ ਸਹੀ ਨੇ ਜਾਂ ਗਲਤ, ਪਰ ਜੋ ਬ੍ਰਿਟਿਸ਼ ਸਰਕਾਰ ਦੇ ਕੋਲ ਇਹ ਚਿੱਠੀਆਂ ਮੌਜੂਦ ਨੇ ਉਸ ਦਾ ਅਨੁਵਾਦ ਕੀਤਾ ਹੋਇਆ ਲੱਗਦਾ। ਕੀ ਲਿਖਿਆ ਉਹਨਾਂ ਨੇ ਚਿੱਠੀਆਂ ਦੇ ਵਿੱਚ, ਪੜ੍ਹ ਲੈਂਦੇ ਆ। ਬੀਬੀ ਜੀ, ਮੈਂ ਅੱਜ ਅਟਾਰਨੀ ਦੀ ਉਹ ਕਾਪੀ ਦੇਖੀ ਹੈ ਜਿਹੜੀ ਤੁਸੀਂ ਰਾਜਪਾਲ ਮੋਹਨ ਟੈਗੋਰ ਨੂੰ ਦਿੱਤੀ ਸੀ, ਅਤੇ ਮੈਨੂੰ ਲੱਗਦਾ ਹੈ ਕਿ ਗੰਗਾ ਕਿਨਾਰੇ ਤੁਹਾਡੇ ਆਵਾਸ ਲਈ ਇਜਾਜ਼ਤ ਲੈਣ ਦੇ ਸਮਰੱਥ ਹੋ ਜਾਵਾਂਗਾ। ਮੈਂ ਤੁਹਾਨੂੰ ਮਿਲਣ ਅਤੇ ਭਾਰਤ ਆਉਣ ਲਈ ਲੰਮੇ ਸਮੇਂ ਤੋਂ ਕਾਹਲਾ ਹਾਂ, ਪਰ ਅਸਥਿਰਤਾ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸ ਲਈ ਮੈਂ ਭਾਰਤ ਆਉਣ ਲਈ ਪਰਮਿਟ ਨੂੰ ਅਗਲੀਆਂ ਸਰਦੀਆਂ ਤੱਕ ਟਾਲ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇੰਗਲੈਂਡ ਅਤੇ ਭਾਰਤ ਵਿਚਾਲੇ ਤਣਾਅ ਨੂੰ ਦੇਖਦੇ ਹੋਏ ਇੰਗਲੈਂਡ ਆਉਣ ਦਾ ਵਿਚਾਰ ਛੱਡ ਦਿਓਗੇ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਹੋਵੋਗੇ ਅਤੇ ਤੁਹਾਡੀ ਅੱਖ ਦੀ ਉਹ ਮੁਸ਼ਕਿਲ ਪਰੇਸ਼ਾਨ ਨਹੀਂ ਕਰ ਰਹੀ ਹੋਵੇਗੀ ਜਿਹੜੀ ਮੇਰੇ ਲਾਹੌਰ ਰਹਿੰਦਿਆਂ ਹੋਈ ਸੀ। ਭਰੋਸਾ ਰੱਖੋ ਮੇਰੀ ਪਿਆਰੀ ਮਾਂ, ਤੁਹਾਡਾ ਸਭ ਤੋਂ ਪਿਆਰਾ ਪੁੱਤਰ ਦਲੀਪ ਸਿੰਘ। ਮਹਾਰਾਜਾ ਦਲੀਪ ਸਿੰਘ ਵੱਲੋਂ 22 ਸਾਲ ਦੀ ਉਮਰ ਵਿੱਚ ਆਪਣੀ ਮਾਂ ਨੂੰ ਇਹ ਚਿੱਠੀ ਲਿਖੀ ਗਈ ਸੀ। ਰਾਣੀ ਜਿੰਦਾ ਉਸ ਵਕਤ 43 ਸਾਲਾਂ ਦੀ ਸੀ। 11 ਸਾਲ ਤੋਂ ਦੋਵਾਂ ਵਿਚਕਾਰ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਸੀ। ਹਾਲਾਂਕਿ ਇਹਨਾਂ ਚਿੱਠੀਆਂ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਅਸਲੀ ਨੇ ਜਾਂ ਨਕਲੀ, ਪਰ ਜੇਕਰ ਇਹਨਾਂ ਦੇ ਮੂਲ ਰੂਪ ਦੀ ਗੱਲ ਕਰੀਏ ਤਾਂ ਇਸ ਬਾਰੇ ਵੀ ਕਈ ਕਿੰਤੂ ਕੀਤੇ ਜਾਂਦੇ ਨੇ। ਇਹ ਨਕਲੀ ਕਾਪੀਆਂ ਵੀ ਨੇ ਜਿਨ੍ਹਾਂ ਨੂੰ ਬ੍ਰਿਟਿਸ਼ ਨਿਗਰਾਨੀ ਦਲ ਵੱਲੋਂ ਸਰਕਾਰ ਨੇ ਰਿਕਾਰਡ ਦੇ ਵਿੱਚ ਰੱਖਿਆ ਹੋਇਆ ਸੀ। ਦਰਅਸਲ ਬ੍ਰਿਟਿਸ਼ ਸਰਕਾਰ ਮਾਂ ਪੁੱਤ ਵਿਚਾਲੇ ਸੰਬੰਧਾਂ ਉੱਤੇ ਨਜ਼ਰ ਰੱਖਦੀ ਸੀ, ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਡਰ ਸੀ ਕਿ ਕਿਤੇ ਮਹਾਰਾਣੀ ਜਿੰਦ ਕੌਰ ਦਲੀਪ ਸਿੰਘ ਨੂੰ ਸਿਆਸੀ ਦੀ ਸੋਚ ਨਾ ਪੈਦਾ ਕਰ ਦੇਵੇ, ਕਿਤੇ ਉਹ ਮੁੜ ਤੋਂ ਸਿੱਖ ਰਾਜ ਦੀ ਮੰਗ ਨਾ ਕਰਨ ਲੱਗ ਜਾਵੇ। ਮਹਾਰਾਣੀ ਜਿੰਦ ਕੌਰ ਨੇ ਨੇਪਾਲ ਵਿੱਚ 11 ਸਾਲ ਬਤੀਤ ਕੀਤੇ। ਇਸ ਦੌਰਾਨ ਉਹਨਾਂ ਨੇ ਆਪਣੇ ਪੁੱਤਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਅਜਿਹੇ ਵਿੱਚ ਉਹਨਾਂ ਦੇ ਬੇਟੇ ਵੱਲੋਂ ਆਇਆ ਇੱਕ ਖੱਤ, ਅਚਾਨਕ ਮਿਲਣ ਵਾਲੀ ਚਿੱਠੀ ਆਪਣੇ ਆਪ ਵਿੱਚ ਇੱਕ ਭਾਵਨਾ ਦਾ ਵਹਾਅ ਸੀ ਜਿਸ ਉੱਤੇ ਕਾਬੂ ਨਹੀਂ ਕੀਤਾ ਜਾ ਸਕਦਾ ਸੀ। ਉਹਨਾਂ ਲਈ ਅਸਲ ਵਿੱਚ ਬਹੁਤ ਔਖਾ ਹੋਵੇਗਾ, ਪਰ ਮਹਾਰਾਣੀ ਜਿੰਦ ਕੌਰ ਨੇ ਇਹ ਕੰਮ ਨੂੰ ਬਖੂਬੀ ਨਿਭਾਇਆ। ਕਦੇ ਵਿਦਰੋਹੀ ਹਾਣੀ ਕਹਾਉਣ ਵਾਲੀ ਮਹਾਰਾਣੀ ਜਿੰਦ ਕੌਰ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਸੀ। ਉਸ ਦੀ ਸਿਹਤ ਖਰਾਬ ਰਹਿੰਦੀ ਸੀ। ਆਪਣੇ ਇਕਲੌਤੇ ਪੁੱਤਰ ਦੀ ਇੱਕ ਝਲਕ ਦੇਖਣ ਨੂੰ ਮਾਂ ਤਰਸ ਗਈ ਸੀ। ਇਸ ਤੋਂ ਬਾਅਦ ਚਿੱਠੀ ਦਾ ਜਵਾਬ ਦਿੰਦੇ ਹੋਏ ਮਹਾਰਾਣੀ ਜਿੰਦ ਕੌਰ ਨੇ ਆਪਣੇ ਬੇਟੇ ਨੂੰ ਦੁਲਾਰਾ ਕਹਿ ਕੇ ਸੰਬੋਧਿਤ ਕੀਤਾ। ਕੀ ਲਿਖਿਆ ਉਹਨਾਂ ਦੀ ਦੂਜੀ ਚਿੱਠੀ ਦੇ ਵਿੱਚ, ਪੜ੍ਹ ਲੈਂਦੇ ਹਾਂ। ਦੁਲਾ ਜੀ, 4 ਅਕਤੂਬਰ 1859 ਨੂੰ ਅੰਗਰੇਜ਼ੀ ਵਿੱਚ ਲਿਖਿਆ ਤੇ ਗੁਰਮੁਖੀ ਵਿੱਚ ਦਸਤਕ ਕੀਤਾ ਪੱਤਰ ਮੈਨੂੰ 19 ਜਨਵਰੀ 1860 ਨੂੰ ਨੇਪਾਲ ਦੇ ਇੱਕ ਮੰਤਰੀ ਰਾਹੀਂ ਮਿਲਿਆ। ਚਿੱਠੀ ਕਾਰਨ ਮੈਂ ਬਹੁਤ ਖੁਸ਼ ਹੋਈ। ਇੱਕ ਮਰਿਆ ਵਿਅਕਤੀ ਨਵਾਂ ਜੀਵਨ ਹਾਸਲ ਕਰਕੇ ਖੁਸ਼ ਹੋ ਜਾਂਦਾ ਹੈ। ਮੈਂ ਤੇਰੀ ਚਿੱਠੀ ਵੇਖ ਕੇ ਬਹੁਤ ਖੁਸ਼ ਹਾਂ। ਦੁਲਾ ਜੀ, ਮੈਂ ਤੇਰੀ ਚਿੱਠੀ ਦਾ ਜਵਾਬ ਲਿਖ ਰਹੀ ਹਾਂ। 200-300 ਵਿਧਵਾਵਾਂ ਮੇਰੀ ਤਰ੍ਹਾਂ ਤੈਨੂੰ ਵੇਖਣ ਲਈ ਕਾਲੀਆਂ ਨੇ। ਮੈਂ ਤੇਰੇ ਲਈ ਰਾਤ ਦਿਨ ਰੋਂਦੀ ਹਾਂ, ਪਰ ਤੇਰੀ ਚਿੱਠੀ ਦੇ ਨਾਲ ਮੇਰਾ ਦਿਨ ਗੁਲਾਬ ਦੀ ਤਰ੍ਹਾਂ ਮਹਿਕ ਉੱਠਿਆ। ਤੂੰ ਮੇਰੀ ਅੱਖਾਂ ਦੀ ਤਕਲੀਫ ਬਾਰੇ ਪੁੱਛਿਆ ਤਾਂ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਤੇਰੀ ਚਿੱਠੀ ਦੇਖਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈਆਂ ਨੇ। ਅਜੇ ਮੈਂ ਨੇਪਾਲ ਦੇ ਕਾਠਮਾਂਡੂ ਵਿੱਚ ਰਹਿ ਰਹੀ ਹਾਂ ਅਤੇ ਇੱਥੋਂ ਦੇ ਦਰਬਾਰ ਵਿੱਚ ਮੇਰਾ ਬੜਾ ਹੀ ਸਨਮਾਨ ਹੈ। ਮੇਰਾ ਇਰਾਦਾ ਹੁਣ ਤੇਰਾ ਚਿਹਰਾ ਦੇਖਣ ਦਾ ਹੈ ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੀ ਇਜਾਜ਼ਤ ਨਾਲ ਗੰਗਾ ਕਿਨਾਰੇ ਮੈਂ ਕਿਸੇ ਪਵਿੱਤਰ ਸਥਾਨ ਤੇ ਜਾਣਾ ਹੈ, ਜਿੱਥੇ ਆਰਾਮ ਦੇ ਨਾਲ ਰਹਿ ਸਕਾਂ ਅਤੇ ਭਗਵਾਨ ਤੋਂ ਪ੍ਰਾਰਥਨਾ ਕਰਦੀ ਹਾਂ ਕਿ ਮੇਰੇ ਜੀਵਨ ਦਾ ਅੰਤ ਹੋ ਜਾਵੇ। ਪਰ ਇਸ ਤੇ ਤੂੰ ਜੋ ਵੀ ਸੁਝਾਅ ਦੇਵੇਂਗਾ ਮੈਂ ਉਸ ਤੇ ਅਮਲ ਕਰਨ ਲਈ ਤਿਆਰ ਹਾਂ। ਭਰੋਸਾ ਰੱਖੋ ਮੇਰੇ ਪਿਆਰੇ ਪੁੱਤਰ, ਤੇਰੀ ਪਿਆਰੀ ਮਾਂ ਮਹਾਰਾਣੀ ਜਿੰਦ ਕੌਰ। ਮਾਂ ਪੁੱਤਰ ਨੇ ਬੜੀ ਮੁਸ਼ਕਿਲ ਦੇ ਨਾਲ ਹਾਲਾਤਾਂ ਦੇ ਵਿੱਚ ਜ਼ਿੰਦਗੀ ਨੂੰ ਗੁਜ਼ਾਰਿਆ, ਪਰ ਉਹਨਾਂ ਦਾ ਸੰਬੰਧ ਅਟੁੱਟ ਸੀ। ਮਹਾਰਾਣੀ ਜਿੰਦ ਕੌਰ ਅਤੇ ਦਲੀਪ ਸਿੰਘ ਦੀ ਮੁਲਾਕਾਤ 1861 ਵਿੱਚ ਹੁੰਦੀ ਹੈ। ਆਖਿਰ 14 ਸਾਲ ਬਾਅਦ ਜਦੋਂ ਉਹ ਆਪਣੇ ਮਾਂ ਮਹਾਰਾਣੀ ਜਿੰਦ ਕੌਰ ਨੂੰ ਮਿਲੇ ਤਾਂ ਮਾਂ ਦੀ ਮਮਤਾ ਸ਼ੋਅ ਨੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨੂੰ ਹੀ ਬਦਲ ਕੇ ਰੱਖ ਦਿੱਤਾ।
ਮਾਂ ਦੀ ਇੱਕ ਸ਼ੋਅ ਨੇ ਉਸ ਦੇ ਵਿੱਚ ਸਿੱਖ ਰਾਜ ਨੂੰ ਪ੍ਰਾਪਤ ਕਰਨ ਦੀ ਚਿਣਗ ਪੈਦਾ ਕੀਤੀ। ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਸਾਡੇ ਸਿੱਖ ਰਾਜ ਦਾ ਆਖਰੀ ਵਾਰਸ ਕਲਕੱਤੇ ਵਿੱਚ ਆਣ ਪਹੁੰਚਿਆ ਤਾਂ ਉਹਨਾਂ ਵੱਲੋਂ ਆਪਣੇ ਯਤਨਾਂ ਨਾਲ ਸਿੱਖ ਰਾਜ ਦੇ ਉਸ ਆਖਰੀ ਚਿਰਾਗ ਨੂੰ ਮਿਲ ਕੇ ਕੌਮੀ ਰਾਜ ਦੀ ਮੁੜ ਤੋਂ ਪ੍ਰਾਪਤੀ ਲਈ ਯਤਨ ਕਰਨ ਦਾ ਅਹਿਦ ਲਿਆ। ਕਲਕੱਤੇ ਤੋਂ ਵਾਪਸ ਇੰਗਲੈਂਡ ਆ ਕੇ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਦੇ ਘੇਰੇ ਵਿੱਚ ਰਹਿੰਦਿਆਂ ਹੋਇਆ ਉਸ ਗੁਲਾਮੀ ਨੂੰ ਕੱਟਣ ਦੇ ਯਤਨ ਲਗਾਤਾਰ ਨਿਰੰਤਰ ਜਾਰੀ ਰੱਖੇ। ਪੰਜਾਬ ਵਿੱਚ ਆਪਣੇ ਵਿਸ਼ਵਾਸ ਵਿੱਚ ਸਿੱਖ ਸਰਦਾਰਾਂ ਨੂੰ ਸੁਨੇਹੇ ਕੱਲੇ ਕਿ ਮਹਾਰਾਜਾ ਦਲੀਪ ਸਿੰਘ ਨੇ ਗੋਰਿਆਂ ਦਾ ਸਿੰਘਾਸਣ ਪਲਟ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਕਿਸਮਤ ਨੇ ਹੁਣ ਸਿੱਖ ਰਾਜ ਦੇ ਆਖਰੀ ਮਹਾਰਾਜੇ ਤੋਂ ਜਿਵੇਂ ਪਾਸਾ ਵੱਟ ਲਿਆ ਸੀ ਅਤੇ ਆਖਰੀ ਮਹਾਰਾਜੇ ਦੀ ਮੌਤ ਤੋਂ ਬਾਅਦ ਸਿੱਖ ਰਾਜ ਦੇ ਸੁਪਨੇ ਦਾ ਵੀ ਅੰਤ ਹੋ ਗਿਆ ਤੇ ਨਾ ਹੀ ਮਹਾਰਾਜੇ ਦਾ ਕੋਈ ਆਖਰੀ ਵਾਰਿਸ ਜੋ ਬਾਅਦ ਵਿੱਚ ਸਿੱਖ ਰਾਜ ਦੇ ਵਿਰਸੇ ਨੂੰ ਉੱਤੇ ਆਪਣਾ ਹੱਕ ਜਤਾ ਸਕੇ, ਉਹ ਆਵਾਜ਼ ਉੱਠ ਸਕੀ। ਭਾਵੇਂ ਸਿੱਖ ਰਾਜ ਦਾ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਆਪਣੇ ਖਾਲਸਾ ਰਾਜ ਅਤੇ ਆਪਣੇ ਹੱਕਾਂ ਦੇ ਲਈ ਲੜਦਾ ਹੋਇਆ ਜ਼ਿੰਦਗੀ ਤੋਂ ਰੁਖਸਤ ਹੋ ਗਿਆ, ਪਰ ਇਸ ਤਵਾਰੀਖ ਦੇ ਵਿੱਚ ਬਹੁਤ ਸੰਘਰਸ਼ ਸ਼ਾਮਲ ਸੀ ਜਿਸ ਦੀ ਉਸਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ। ਅੱਜ ਵੀ ਜਦੋਂ ਮਹਾਰਾਜਾ ਦਲੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਉਂਦਾ ਤਾਂ ਇੱਕ ਵੱਡਾ ਖਾਲਸਾ ਰਾਜ ਦਾ ਇਤਿਹਾਸ ਅੱਖਾਂ ਸਾਹਮਣੇ ਆ ਜਾਂਦਾ, ਪਰ ਕਿਤੇ ਨਾ ਕਿਤੇ ਬਹੁਤ ਪਹਿਲੂ ਨੇ ਜੋ ਕਿਤੇ ਨਾ ਕਿਤੇ ਅਣਛੂਏ ਰਹਿ ਗਏ ਨੇ। ਤਾਂ ਕੋਸ਼ਿਸ਼ ਕਰਨੀ ਬਣਦੀ ਹੈ ਕਿ ਇਤਿਹਾਸ ਨੂੰ ਜਾਣਿਆ ਜਾਵੇ, ਕਿਤੇ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੀਆਂ ਜੜ੍ਹਾਂ ਨਾਲ ਟੁੱਟ ਜਾਈਏ, ਕਿਉਂਕਿ ਜੇਕਰ ਕੋਈ ਇਤਿਹਾਸ ਨਾਲ ਧੋਖਾ ਕਰਦਾ, ਇਤਿਹਾਸ ਨੂੰ ਭੁੱਲਦਾ ਤਾਂ ਆਉਣ ਵਾਲਾ ਭਵਿੱਖ ਵੀ ਉਸ ਨੂੰ ਭੁਲਾ ਦਿੰਦਾ। ਸਤਿ ਸ਼੍ਰੀ ਅਕਾਲ।